डियर स्टूडेंट्स गुड मॉर्निंग। मैं संदीप और ਸਾਇੰਸ ਸਟੂਡੀਓ ਚੈਨਲ ਦੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ। ਬੇਟਾ ਅੱਜ ਜੋ ਆਪਾਂ ਕਰਨ ਜਾ ਰਹੇ ਹਾਂ ਉਹ ਹੈ ਕਲਾਸ 9th ਦਾ ਚੈਪਟਰ 3rd ਐਟਮਸ ਐਂਡ ਮੋਲੀਕਿਊਲਸ। ਅੱਜ ਆਪਾਂ ਇਹ ਲੈਸਨ ਸਟਾਰਟ ਕਰਨ ਜਾ ਰਹੇ ਹਾਂ ਔਰ ਅੱਜ ਇਸ ਦਾ ਫਸਟ ਲੈਕਚਰ ਹੈ ਬੇਟਾ। ਠੀਕ ਹੈ, 9 ਦੇ ਵਿੱਚ ਆਪਾਂ ਬੇਟੇ 2 ਚੈਪਟਰ ਬੇਟਾ ਤੁਸੀਂ ਸਟੱਡੀ ਕਰ ਲਏ ਹੋਣੇ ਆ ਮੈਟਰ ਨਾਲ ਰਿਲੇਟਡ। ਅਗਰ ਆਪਾਂ ਦੇਖੀਏ ਬੇਟਾ ਤਾਂ ਸਾਡੇ ਆਲੇ ਦੁਆਲੇ ਬਹੁਤ ਹੀ ਇੱਦਾਂ ਦੇ ਪਦਾਰਥ ਨੇ, ਜਿਵੇਂ ਸ਼ੂਗਰ ਹੈ, ਸਾਲਟ ਹੈ, ਸੈਂਡ ਹੈ, ਡਾਇਮੰਡ, ਗ੍ਰੇਫਾਈਟ, ਕਾਪਰ, ਸਿਲਵਰ, ਗੋਲਡ, ਆਇਰਨ, ਐਲੂਮੀਨੀਅਮ, ਵੁੱਡ। ठीक है, बहुत सारे मिनरल्स है, फूड आइटम्स है, बहुत सारे फैब्रिक्स है, क्लॉथ्स है। वो सारे दे सारे बेटा दे आर टाइप ऑफ मैटर। ओके, इन्हां सारिਆਂ ਨੂੰ ਆਪਾਂ ਕੀ ਕਹਿੰਦੇ ਆ ਬੇਟਾ ਕਿ ਸਾਰਾ ਮੈਟਰ ਹੈ। ਪੰਜਾਬੀ ਦੇ ਵਿੱਚ ਆਪਾਂ ਨੂੰ ਪਦਾਰਥ ਕਹਿ ਦਿੰਦੇ ਆ। ਠੀਕ ਹੈ, ਔਰ ਸਾਡੇ ਇੰਡੀਅਨ ਇੱਕ ਫਿਲਾਸਫਰ ਹੋਏ ਆ ਮਹਰਸ਼ੀ ਕਨਾਡ। ਉਹਨਾਂ ਨੇ ਕਿਹਾ ਸੀ ਕਿ ਅਗਰ ਆਪਾਂ ਮੈਟਰ ਨੂੰ ਡਿਵਾਈਡ ਕਰਦੇ ਰਹੀਏ, ਠੀਕ ਹੈ, ਅਗਰ ਆਪਾਂ ਮੈਟਰ ਨੂੰ ਕੰਟੀਨਿਊਸਲੀ ਮਤਲਬ ਪਦਾਰਥ ਨੂੰ ਕੰਟੀਨਿਊਸਲੀ ਡਿਵਾਈਡ ਕਰਦੇ ਰਹੀਏ ਸੋ ਆਪਾਂ ਨੂੰ ਬਹੁਤ ਸਮੋਲਰ ਟੂ ਸਮੋਲਰ ਪਾਰਟੀਕਲਸ ਮਿਲ ਜਾਂਦੇ ਆ ਮੈਟਰ ਦੇ। ਠੀਕ ਹੈ, ਔਰ ਡਿਵਾਈਡ ਕਰਦੇ 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 ਸਾਨੂੰ ਇੰਨੇ ਜ਼ਿਆਦਾ ਸਮੋਲੈਸਟ ਪਾਰਟੀਕਲ ਮਿਲ ਜਾਂਦੇ ਆ ਮੈਟਰ ਦੇ ਜਿਹਨੂੰ ਆਪਾਂ ਫਰਦਰ ਡਿਵਾਈਡ ਨਹੀਂ ਕਰ ਸਕਦੇ। ਠੀਕ ਹੈ, ਫਰਦਰ ਆਪਾਂ ਨੂੰ ਡਿਵਾਈਡ ਨਹੀਂ ਕਰ ਸਕਦੇ। ਉਹਨਾਂ ਨੂੰ ਕਨਾਡ ਨੇ ਕਹਿ ਦਿੱਤਾ ਸੀ ਕਿ ਜੀ ਇਹ ਪਰਮਾਣੂ ਆ। ਠੀਕ ਹੈ, ਕਿ ਬਹੁਤ ਛੋਟੇ ਛੋਟੇ ਕਿਣਕੇ ਆ ਜੋ ਉਹ ਪਰਮਾਣੂ ਆ। ਠੀਕ ਹੈ, ਸੋ ਉਸ ਤੋਂ ਬਾਅਦ ਬਹੁਤ ਸਾਰੀਆਂ ਇਨਵੈਂਸ਼ਨਸ ਹੋਈਆਂ, ਬਹੁਤ ਸਾਰੀਆਂ ਖੋਜਾਂ ਹੋਈਆਂ। ਫਿਰ ਇੱਕ ਜੌਨ ਡਾਲਟਨ, ਉਹਨਾਂ ਦਾ ਬੜਾ ਨਾਮ ਹੈ, ਉਹਨਾਂ ਨੇ ਪ੍ਰਪੋਜ਼ ਕੀਤਾ ਕਿ ਉਹ ਜਿਹੜਾ ਸੇਮ ਗੱਲ ਉਹਨਾਂ ਨੇ ਕਹੀ ਓਕੇ ਕਿ ਮੈਟਰ ਹੈ, ਮੈਟਰ ਵੀ ਸਮੋਲ ਪਾਰਟੀਕਲਸ ਦਾ ਮਿਲ ਕੇ ਬਣਿਆ ਹੋਇਆ। ਸਮੋਲੈਸਟ ਪਾਰਟੀਕਲ ਜਿਹੜਾ ਉਹਨਾਂ ਨੇ ਉਹਨੂੰ ਕਹਿ ਦਿੱਤਾ ਕਿ ਐਟਮ ਹੈ। ਠੀਕ ਹੈ, ਸੋ 2 ਥਿਊਰੀਜ਼ ਜਿਹੜੀਆਂ ਆ ਉਹ ਮੈਟਰ ਦੇ ਬਾਰੇ ਬੇਟਾ ਪੋਪੂਲਰ ਰਹੀਆਂ। ਇੱਕ ਹੋਈ ਆ ਮਹਰਸ਼ੀ ਕਨਾਡ ਦੀ, ਓਕੇ, ਐਂਡ ਸੈਕਿੰਡ ਵਾਜ਼ ਗਿਵਨ ਬਾਈ ਜੌਨ ਡਾਲਟਨ। ਠੀਕ, ਬੇਸਿਕ ਆਈਡੀਆ ਦੋਨਾਂ ਨੇ ਸਾਨੂੰ ਸੇਮ ਹੀ ਦੱਸਿਆ। ਫਰਕ ਇੰਨਾ ਸੀ ਕਿ ਮਹਰਸ਼ੀ ਕਨਾਡ ਨੇ ਕਹਿ ਦਿੱਤਾ ਪਦਾਰਥ ਔਰ ਜਿਨ੍ਹਾਂ ਤੋਂ ਮਿਲ ਕੇ ਬਣਿਆ ਉਹ ਪਰਮਾਣੂ। ਓਕੇ, ਔਰ ਜੋ ਜੌਨ ਡਾਲਟਨ ਨੇ ਕਿਹਾ ਸੀ ਕਿ ਉਹਨਾਂ ਨੇ ਕਿਹਾ ਕਿ ਮੈਟਰ ਔਰ ਜਿਨ੍ਹਾਂ ਤੋਂ ਮਿਲ ਕੇ ਬਣਿਆ ਉਹ ਐਟਮਸ ਹੁੰਦੇ ਨੇ। ਔਰ ਐਟਮਸ ਆਰ ਨਾਟ ਐਟਮ ਕੈਨ ਨਾਟ ਬੀ ਡਿਵਾਈਡਡ, ਸੋ ਉਹਨੂੰ ਆਪਾਂ ਕਹਿੰਦੇ ਇੰਡੀਵਿਜ਼ੀਬਲ ਪਾਰਟੀਕਲਸ ਹੁੰਦੇ ਨੇ। ਠੀਕ ਹੈ, ਉਸ ਤੋਂ ਬਾਅਦ ਬੇਟਾ ਇੱਕ ਇੰਡੀਅਨ ਫਿਲਾਸਫਰ ਹੋਰ ਹੋਏ ਆ ਪਕੂਡਾ ਕਤਿਆਮਾ। ਠੀਕ ਹੈ, ਉਹਨਾਂ ਨੇ ਇੱਕ ਫਰਦਰ ਸਟੈਪ ਹੋਰ ਲਿਆ, ਹੋਰ ਉਹਨਾਂ ਨੇ ਥੋੜ੍ਹੀ ਇਨਫੋਰਮੇਸ਼ਨ ਦਿੱਤੀ ਕਿ ਜਿਹੜੇ ਪਾਰਟੀਕਲਸ ਆਫ ਮੈਟਰ ਹੈ ਮਤਲਬ ਐਟਮ ਹੈ ਜਾਂ ਪਰਮਾਣੂ ਆ ਉਹ ਨਾਰਮਲੀ ਬੇਟਾ ਐਗਜ਼ਿਸਟ ਕਰਦੇ ਆ ਇਨ ਦਾ ਕੰਬਾਈਨਡ ਫਾਰਮ। ਠੀਕ ਹੈ, ਕੰਬਾਈਨਡ ਫਾਰਮ ਦੇ ਵਿੱਚ ਜਿਹੜਾ ਐਟਮਸ ਹੈ ਦੇ ਐਗਜ਼ਿਸਟ ਇਨ ਕੰਬਾਈਨਡ ਫਾਰਮ। ਦੇਖੋ ਗੱਲ ਉਹੀ ਆ ਕਿ ਜਦੋਂ ਮੈਟਰ ਨੇ ਐਟਮ ਕੰਬਾਈਨਡ ਫਾਰਮ 'ਚ ਐਗਜ਼ਿਸਟ ਕਰਦਾ ਬੇਟਾ, ਜਦੋਂ ਐਟਮ ਬਹੁਤ ਸਾਰੇ ਕੰਬਾਈਨ ਕਰ ਜਾਂਦੇ ਆ ਕਿ ਉਹ ਮੈਟਰ ਬਣਾ ਦਿੰਦਾ। ਠੀਕ ਹੈ, ਅੱਜ ਦੀ ਡੇਟ ਦੇ ਵਿੱਚ ਜੋ ਆਪਾਂ ਅੱਜ ਦੀ ਸਾਇੰਸ ਦੀ ਗੱਲ ਕਰੀਏ ਤਾਂ ਉਹਨਾਂ ਕੰਬਾਈਨਡ ਫਾਰਮਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ ਕਿ ਦੀਜ਼ ਆਰ ਦਾ ਮੋਲੀਕਿਊਲਸ। ਠੀਕ, ਸੋ ਸਿੰਪਲ ਭਾਸ਼ਾ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਆਲ ਮੈਟਰ, ਸਾਰਾ ਪਦਾਰਥ ਇਜ਼ ਮੇਡ ਅਪ ਆਫ ਸਮੋਲ ਪਾਰਟੀਕਲਸ। ਉਹ ਛੋਟੇ ਛੋਟੇ ਪਾਰਟੀਕਲਸ ਦਾ ਮਿਲ ਕੇ ਬਣਿਆ ਹੋਇਆ ਜਿਹਨੂੰ ਆਪਾਂ ਐਟਮਸ ਵੀ ਕਹਿ ਦਿੰਦੇ ਹਾਂ। ਅਤੇ ਜਦੋਂ 2 ਐਟਮ ਮਿਲ ਜਾਂਦੇ ਤਾਂ ਉਹਨੂੰ ਮੋਲੀਕਿਊਲ ਕਹਿ ਦਿੰਦੇ ਹਾਂ। ਠੀਕ ਹੈ, ਸੋ ਡਿਫਰੈਂਟ ਕਾਈਂਡਸ ਆਫ ਐਟਮਸ ਐਂਡ ਮੋਲੀਕਿਊਲਸ ਔਰ ਉਹਨਾਂ ਦੀਆਂ ਪ੍ਰੋਪਰਟੀਜ਼ ਵੀ ਡਿਫਰੈਂਟ ਹੁੰਦੀਆਂ। ਠੀਕ ਹੈ, ਜਿਹਦੇ ਕਰਕੇ ਜਿਹੜਾ ਮੈਟਰ ਬਣਦਾ ਬੇਟਾ ਉਹਨਾਂ ਮੈਟਰ ਦੀ ਪ੍ਰੋਪਰਟੀ ਵੀ ਡਿਫਰੈਂਟ ਹੁੰਦੀ। ਠੀਕ, ਸੋ ਆਪਾਂ ਕਹਾਂਗੇ ਕਿ ਜਿਹੜਾ ਮੈਟਰ ਹੈ ਉਹਨਾਂ ਦੀਆਂ ਪ੍ਰੋਪਰਟੀਜ਼ ਜਿਹੜੀਆਂ ਹੈ ਬੇਟਾ ਡਿਪੈਂਡਸ ਅਪੋਨ the properties of atom ਜਿਨ੍ਹਾਂ ਤੋਂ ਬਣਿਆ and molecule ਜਿਨ੍ਹਾਂ ਤੋਂ ਐਟਮਸ ਤੇ ਮੋਲੀਕਿਊਲਸ ਤੋਂ ਮਿਲ ਕੇ ਪਦਾਰਥ ਬਣਦਾ।
ठीक है, मैटर बनता। सो मैटर ਦੀਆਂ प्रॉपर्टी ਜਿਹੜੀਆਂ ਬਿਲਕੁਲ ਬੇਟਾ ਉਹੀ ਹੋਣਗੀਆਂ ਕਿ ਜਿਨ੍ਹਾਂ ਐਟਮਸ ਜਾਂ ਜਿਨ੍ਹਾਂ ਮੋਲੀਕਿਊਲਸ ਤੋਂ ਮਿਲ ਕੇ ਉਹ ਮੈਟਰ ਜਿਹੜਾ ਆ ਉਹ ਬਣਦਾ ਆ। ਸੋ ਦਿਸ ਵਾਜ਼ ਦ ਬੇਸਿਕ ਇੰਟਰੋਡਕਸ਼ਨ। ਬੇਟਾ ਤੁਹਾਡੀ NCERT ਦੀ ਬੁੱਕ ਦੇ ਵਿੱਚ ਜੋ ਨੈਕਸਟ ਟੌਪਿਕ ਹੈ ਉਹ ਹੈ laws of chemical combination। ਇਹ ਬੜਾ ਇੰਪੋਰਟੈਂਟ ਟੌਪਿਕ ਹੈ ਬੇਟਾ, ਠੀਕ ਹੈ। ਤੁਹਾਡੀ ਬੁੱਕ ਦੇ ਵਿੱਚ ਅਸੀਂ ਦੋ ਲਾਜ਼ ਨੂੰ ਹੁਣ ਡਿਸਕਸ ਕਰਨਾ। ਇਹ ਬੇਟਾ ਇਹ ਐਕਸਪੈਰੀਮੈਂਟਲ ਲਾਜ਼ ਹੈ। ਐਕਸਪੈਰੀਮੈਂਟਲ ਬੇਸ ਦੇ ਉੱਪਰ ਜੋ ਸਾਇੰਟਿਸਟ ਹੈ ਉਹਨਾਂ ਨੇ ਇਹਨਾਂ ਲਾਜ਼ ਨੂੰ ਡਿਵੈਲਪ ਕੀਤਾ ਔਰ ਲਾਰਜ ਨੰਬਰ ਆਫ ਐਕਸਪੈਰੀਮੈਂਟਸ ਇਨਵੋਲਵ ਹੋਣ ਤੋਂ ਬਾਅਦ, ਬਹੁਤ ਸਾਰੇ ਕੈਮੀਕਲ ਰਿਐਕਸ਼ਨਸ ਨੂੰ ਕਰਨ ਤੋਂ ਬਾਅਦ ਜਿਹੜੇ ਲਾਜ਼ ਹੈ ਇਹ ਦਿੱਤੇ ਗਏ। ਇਤੋਂ ਸਾਨੂੰ ਇਹ ਆਈਡੀਆ ਹੋਇਆ ਕਿ ਜਿਹੜਾ ਐਟਮਸ ਹੈ ਦੇ ਆਰ ਦਾ ਸਮੋਲੈਸਟ ਯੂਨਿਟ ਆਫ ਦਾ ਮੈਟਰ, ਠੀਕ ਹੈ। ਔਰ ਇਹ ਲਾਜ਼ ਨੇ ਹੀ ਬੜਾ ਇੰਪੋਰਟੈਂਟ ਰੋਲ ਪਲੇ ਕੀਤਾ ਇਨ ਦਾ ਡਿਵੈਲਪਮੈਂਟ ਆਫ ਡਾਲਟਨਸ ਐਟੋਮਿਕ ਥਿਊਰੀ ਆਫ ਮੈਟਰ, ਠੀਕ ਹੈ। ਸੋ ਆਪਾਂ ਨੂੰ ਦੋ ਲਾਜ਼ ਬਾਰੇ ਹੁਣ ਡਿਸਕਸ ਕਰਨਾ। जो फर्स्ट लॉ है बेटा दैट इज लॉ ऑफ कंजर्वेशन ऑफ मास। ठीक है बेटा, ਇਹਨੂੰ ਕਹਿੰਦੇ ਆ ਲਾ ਆਫ ਕੰਜ਼ਰਵੇਸ਼ਨ ਆਫ ਮਾਸ। ਨੂੰ ਕੀ ਕਹਿ ਦਿੰਦੇ ਆ ਕਿ ਕੰਜ਼ਰਵੇਸ਼ਨ ਮੀਨ ਸੁਰੱਖਿਅਤ ਰੱਖਣਾ, ਓਕੇ, ਔਰ ਮਾਸ ਮੀਨ ਪੁੰਜ, ਓਕੇ। ਸੋ ਇਹਨੂੰ ਆਪਾਂ ਕਹਿ ਦਿੰਦੇ ਆ ਬੇਟਾ ਪੁੰਜ ਦਾ ਸੁਰੱਖਿਅਨਿਜ਼ਮ। ਠੀਕ, ਇਹ ਥੋੜਾ ਜਿਹਾ ਇਹਦੇ ਨਾਲ ਰਿਲੇਟਡ ਆਪਾਂ ਸਟੱਡੀ 9 ਦੇ ਵਿੱਚ ਵੀ ਕੀਤੀ ਹੈ। ਇਹਦਾ ਕੀ ਮਤਲਬ ਹੈ? ਦ ਲਾਅ ਆਫ ਕੰਜ਼ਰਵੇਸ਼ਨ ਆਫ ਮਾਸ ਮੀਨਸ दैट इन ए केमिकल रिएक्शन बेटा कोई भी अगर केमिकल रिएक्शन हो रहा इन ए केमिकल रिएक्शन, ओके, द टोटल मास ऑफ द प्रोडक्ट the total mass of the product is equal to the total mass of reactant। फिर डिटेल च डिस्कस करते हैं बेटा। सो मतलब की होया कि देयर इज नो चेंज इन मास ड्यूरिंग ए केमिकल रिएक्शन। ठीक है बेटा, पहला तेनू समझना चंगी तरह कि कोई भी केमिकल रिएक्शन हुंदा बेटा जिहड़ा टोटल मास है प्रोडक्ट दा वो हमेशा इक्वल रहिंदा टोटल मास ऑफ रिएक्टेंट दे। दैट मीनस कि इहदे विच कोई भी मास दा चेंज नहीं आउंदा ड्यूरिंग ए केमिकल रिएक्शन। ठीक है बेटा, फॉर एग्जांपल ਆਪਾਂ ਕੁਝ ਐਗਜ਼ਾਮਪਲਸ ਨਾਲ ਦੀ ਫਾਰਮ ਦੇ ਵਿੱਚ ਇਹਨੂੰ ਡਿਸਕਸ ਕਰਦੇ ਹਾਂ। ਤੁਹਾਡੀ NCERT ਦੀ ਬੁੱਕ ਵਿੱਚ ਵੀ ਕੁਝ ਐਗਜ਼ਾਮਪਲਸ ਨੇ, ਕੁਝ ਐਗਜ਼ਾਮਪਲਸ ਮੈਂ ਤੁਹਾਨੂੰ ਹੋਰ ਦੇ ਰਿਹਾ। ਇੱਕ ਸਿੰਪਲ ਐਗਜ਼ਾਮਪਲ ਆਪਾਂ ਕਰ ਲੈਂਦੇ ਬੇਟਾ। ਕਾਰਬਨ ਹੈ ਮੰਨ ਲਓ, दैट कंबाइन विद ऑक्सीजन दैट फॉर्म कार्बन डाइऑक्साइड। ओके क्लीयर। ਹੁਣ ਬੇਟਾ ਆ ਕੀ ਆ ਇਹ ਆਪਾਂ ਕਰ ਚੁੱਕੇ ਹਾਂ ਛੋਟੀਆਂ ਕਲਾਸਾਂ ਦੇ ਵਿੱਚ। ਜਿਹੜਾ ਲੈਫਟ हैंड साइड ਹੁੰਦਾ बेटा दैट इज नोन एज रिएक्टेंट, ओके, और जो राइट हैंड साइड है बेटा दैट इज नोन एज प्रोडक्ट। क्लियर। सो लेफ्ट साइड इज रिएक्टेंट एंड राइट साइड इज प्रोडक्ट। आप की कह रहे हैं लॉ ऑफ केमिकल रिएक्शंस दे विच टोटल मास ऑफ द प्रोडक्ट इज इक्वल टू द टोटल मास ऑफ द रिएक्टेंट। ओके, मतलब इन्हां विच मास का चेंज नहीं आता। अगर आप बेटा एटॉमिक मास दे बेस ते इनू कैलकुलेशन करिए, आप एक एग्जाम्पल होर भी करांगे। एटॉमिक मास के बेस से आप कैलकुलेशन करिए। आप जानते हैं कि कार्बन का बेटा मास कितना होंगे। कार्बन का एटॉमिक नंबर इज 12, सॉरी कार्बन का जो एटॉमिक नंबर इज 6 और इसका एटॉमिक मास कितना होंगे 12। ओके, इन द सेम मैनर ऑक्सीजन का बेटा
ਨੰਬਰ ਇਜ਼ 8 ਐਂਡ ਮਾਸ ਇਜ਼ 16। ਕਲੀਅਰ। ਹੁਣ ਆਪਾਂ ਇਹ ਦੇਖੀਏ ਕਿ ਇਹਨਾਂ ਦਾ ਅਗਰ ਆਪਾਂ ਐਟੋਮਿਕ ਮਾਸ ਦੇ ਬੇਸਿਸ ਤੇ ਕੈਲਕੂਲੇਸ਼ਨ ਕਰੀਏ ਤਾਂ ਵਟ ਇਜ਼ ਦ ਮਾਸ ਆਫ ਦ ਰੈਕਟ ਹੈਂਡ ਸਾਈਡ ਕੀ ਹੋਏਗਾ। ਕਾਰਬਨ ਦਾ ਬੇਟਾ ਮਾਸ ਹੈ 12 ਯੂਨਿਟ, ਐਟੋਮਿਕ ਮਾਸ ਯੂਨਿਟ ਆਪਾਂ ਕੀਤਾ ਹੋਇਆ 9 ਦੇ ਵਿੱਚ, ਠੀਕ ਹੈ। ਉਹਨੂੰ ਅੱਗੇ ਫਰਦਰ ਹੋਰ ਆਪਾਂ ਡਿਟੇਲ ਸਟੱਡੀ ਕਰਾਂਗੇ। ਓਕੇ, ਹੁਣ ਕਾਰਬਨ ਬੇਟਾ ਇੱਕ ਹੈ। ਓਕੇ, ਆਪੇ 1 ਇੰਟੂ ਕਾਰਬਨ, ਮੈਂ ਕਹਿ ਲਵਾਂ ਇੱਕ ਕਾਰਬਨ ਹੈ ਤਾਂ ਇੱਕ ਦਾ ਮਾਸ ਕਿੰਨਾ ਹੋਏਗਾ, ਉਹਨੂੰ ਆਪਾਂ ਮਲਟੀਪਲਾਈ ਕੀਤਾ, ਪਲੱਸ ਕਰਨਾ ਹੁੰਦਾ ਬੇਟਾ ਆਕਸੀਜਨ ਕਿੰਨੇ ਆ 2, ਮਾਸ ਆਫ ਆਕਸੀਜਨ। ਓਕੇ, ਸੋ 1 ਇੰਟੂ 6 1 इंटू कार्बन मीनस 1 इंटू 12 यूनिट्स हो गया। ओके, प्लस 2 ऑक्सीजन का मास कितना होता बेटा 16। सो ये कितना हो गया बेटा 12 यूनिट प्लस 32 यूनिट दैट इज इक्वल टू 44 यूनिट। ठीक, that means the mass on the rect hand side is 44। now go to the product side। here 1 carbon प्लस 2 ऑक्सीजन, सेम हो गया बेटा 1 इंटू 12 प्लस 2 इंटू 16 दैट इज इक्वल टू 12 प्लस 32 दैट इज इक्वल टू अगेन 44 यूनिट। दैट मीन के रैक्टेंड साइड का मास कितना होया सी बेटा 44, प्रोडक्ट साइड का कितना होया 44। दैट मीन कि देयर इज नो लॉस ऑफ मास और नो गेन ऑफ मास, ना इत्थे मास क्रिएट होया ना ही आपां कहांगे वो खत्म होया। ठीक, थोड़े बुक दे विच बेटा हुण आपां अपनी बुक के अकॉर्डिंगली एक एक्टिविटी डिस्कस करिए लॉ ऑफ कंजरवेशन ऑफ मास की। की बेटा एक्टिविटी है 3.1 इच दस रहे हैं कि टेक वन ऑफ द फॉलोइंग सैट्स एक्स एंड वाई ऑफ कैमिकल्स। ये सैट्स बनाए हुए ने बेटा एक्स ते वाई का। की करना आपां जां तां आपां कॉपर सल्फेट ਲੈਣਾ ਹੈ, ਉਹਦੇ ਨਾਲ ਆਪਾਂ ਸੋਡੀਅਮ ਕਾਰਬੋਨੇਟ ਲੈਣਾ ਹੈ ਬੇਟਾ, ਜਾਂ ਆਪਾਂ ਲੈ ਸਕਦੇ ਹਾਂ ਬੇਰੀਅਮ ਕਲੋਰਾਈਡ ਐਂਡ ਸੋਡੀਅਮ ਸਲਫੇਟ, ਜਾਂ ਆਪਾਂ ਲੈ ਸਕਦੇ ਹਾਂ ਲੈਡ ਨਾਈਟ੍ਰੇਟ ਜਾਂ ਸੋਡੀਅਮ ਕਲੋਰਾਈਡ। ਕਿੱਦਾਂ ਐਕਟੀਵਿਟੀ ਪਰਫਾਰਮ ਕਰਨੀ ਹੈ ਬੇਟਾ ਕਿ ਆਪਾਂ prepare separately a 5% solution of any one pair of the substance listed under X and Y each in 10 ml in water। ਕਿ ਆਪਾਂ ਇਹ ਜਿਹੜਾ ਸੋਲਿਊਸ਼ਨਸ ਨੇ ਸੋਲਿਊਸ਼ਨ ਬਣਾਉਣੇ ਨੇ ਇਹਨਾਂ ਦੇ ਆਪਾਂ ਇੱਕ ਸੈੱਟ ਲੈਣਾ ਹੈ 10 ml ਵਾਟਰ ਦੇ ਵਿੱਚ ਆਪਾਂ ਲੈ ਕੇ ਕੀ ਕਰਨਾ ਹੈ ਟੇਕ ਅ ਲਿਟਲ ਅਮਾਊਂਟ ਆਫ ਸੋਲਿਊਸ਼ਨ ਆਫ ਬਾਈ ਇਨ ਅ ਕੋਨਿਕਲ ਫਲਾਸਕ ਐਂਡ ਸਮ ਸੋਲਿਊਸ਼ਨ ਆਫ ਐਕਸ ਇਨ ਅ ਇਗਨੀਸ਼ਨ ਟਿਊਬ। ਓਕੇ, ਕਿ ਕੀ ਹੈ ਕਿ ਸੋਲਿਊਸ਼ਨ ਵਾਈ ਜਿਹੜਾ ਹੈ ਆਪਾਂ ਬੇਟਾ ਉਹ ਅਸੀਂ ਕੋਨਿਕਲ ਫਲਾਸਕ ਦੇ ਵਿੱਚ ਲੈਣਾ ਹੈ। ਕੋਨਿਕਲ ਫਲਾਸਕ ਦੀ ਡਾਇਗਰਾਮ ਬਣਾਈ ਹੋਈ ਹੈ। ਓਕੇ, ਸੋਲਿਊਸ਼ਨ ਵਾਈ ਆਪਾਂ ਇਹਦੇ ਵਿੱਚ ਲੈਣਾ और सोल्यूशन एक्स है ਜਿਹੜਾ बेटा ਆਪਾਂ ਉਹ ਲੈਣਾ ਹੈ ਇਗਨੀਸ਼ਨ ट्यूब ਦੇ ਵਿੱਚ। ठीक है, दिस इज इग्निशन ट्यूब एंड दिस इज कोनिकल फ्लास्क। ओके, थर्ड is कि hang the ignition tube in a flask carefully, see that the solution do not get mixed, put a cork on the flask। ओके, कि ਆਪਾਂ ਇਹਨੂੰ हैंग करना ignition tube ਨੂੰ। ओके, ignition tube ਨੂੰ ਆਪਾਂ कोनिकल flask ਦੇ ਵਿੱਚ हैंग कर देना। ਧਿਆਨ ਰੱਖਣਾ ਕਿ ਇਹ ਮਿਕਸਿੰਗ ਨਾ ਹੋਵੇ ਇਹਨਾਂ ਦੀ। ठीक, मैं नेक्स्ट पेज पे मूव करता बेटा। फोर्थ पॉइंट इज वेट द फ्लास्क विद इस कंटेंट केयरफुली। ਹੁਣ ਆਪਾਂ ਫਲਾਸਕ ਨੂੰ ਬੇਟਾ ਜੋ ਜੋ ਉਹਦੇ ਵਿੱਚ ਪਾਇਆ ਹੋਇਆ ਉਹਦੇ ਨਾਲ ਆਪਾਂ ਵੇਟ ਕਰਨਾ, ਉਹਦਾ ਕੇਅਰਫੁਲੀ ਵੇਟ ਕਰਨਾ, ਉਹਦਾ ਵੇਟ ਨੂੰ ਆਪਾਂ ਨੋਟ ਕਰ ਲੈਣਾ। ਓਕੇ, ਲੈਟ ਸਪੋਜ਼ ਕੋਈ ਵੀ ਵੇਟ ਹੋਇਆ, ਮੰਨ ਲਓ ਉਹ ਆਪਾਂ ਤੇ ਐਕਸ ਤੇ ਵਾਈ ਲਿਆ, ਆਪਾਂ ਕਹਿ ਦਿੰਦੇ ਹਾਂ ਕਿ ਮੰਨ ਲਓ ਵੇਟ ਜਿਹੜਾ ਆ ਮੰਨ ਲਓ A ਗ੍ਰਾਮ ਹੋ ਗਿਆ, ਐਗਜ਼ਾਮਪਲ ਹੈ ਮੈਂ ਜਸਟ ਇੱਕ। ਹੁਣ ਕੀ ਕਰਨਾ ਨਾउ tilt and swill the flask so that the solution X and Y get mixed। ਹੁਣ ਆਪਾਂ ਉਹ ਜਿਹੜੀ ignition ਟਿਊਬ ਲਈ ਉਹਨੂੰ ਬੇਟਾ ਟਿਲਟ ਕਰ ਦੇਣਾ, ਆਪਾਂ ਉਹਨੂੰ ਉਹਦੇ ਵਿੱਚ ਪਾ ਦੇਣਾ, ਫਿਰ ਉਹਨੂੰ ਵੇ ਅਗੇਨ, ਫਿਰ ਆਪਾਂ ਉਹਨੂੰ ਵੇਟ ਕਰਨਾ। what happens in the reaction flask और ਜਿਹੜੀ ਕੋਨਿਕਲ ਫਲਾਸਕ ਹੈ ਰਿਐਕਸ਼ਨ ਫਲਾਸਕ ਹੈ ਉਹਦੇ ਵਿੱਚ ਕੀ ਹੋਏਗਾ। डू यू थिंक दैट ए केमिकल रिएक्शन हैज़ टेकन प्लेस। केमिकल रिएक्शन होएगा बेटा, यस। पूछा है कि हो सक होएगा, यस। वाई शुड बी पुट ए कॉर्क ऑन द माउथ ऑफ द फ्लास्क। इसलिए किया कि अगर कोई बेटा गैस की फॉर्मेशन हो तो बाहर ना निकले, इसलिए आप कॉर्क को फिट किया। डज द मास ऑफ द फ्लास्क एंड कंटेंट चेंज। कि फ्लास्क का और ਉਹਦੇ ਕੰਟੈਂਟ ਦਾ ਮਾਸ ਜਿਹੜਾ ਹੈ ਉਹ ਚੇਂਜ ਹੋਏਗਾ। ਕੀ ਪੜਿਆ ਬੇਟਾ ਆਪਾਂ ਲਾ ਆਫ ਕੰਜ਼ਰਵੇਸ਼ਨ ਆਫ ਮਾਸ।
in a chemical reaction, the mass of the product is always equal to the mass of the reactant. That means कुछ भी नवा नहीं बनता, ओके, कुछ भी नवा नहीं बनता और कुछ भी ਉਹਦੇ ਵਿੱਚੋਂ ਖਤਮ ਨਹੀਂ ਹੁੰਦਾ. This is law of conservation of mass. ਤੁਹਾਡੀ ਬੁੱਕਸ ਲਿਖ ਰਿਹਾ ਦੇਖੋ, law of conservation of mass states that mass can neither be created nor destroyed in a chemical reaction. So ਕੀ ਹੋਏਗਾ ਕਿ ਜਿੰਨਾ ਮਾਸ ਪਹਿਲਾਂ ਹੋਏਗਾ, ਅਗਰ ਮੈਂ ਬੇਟਾ ਇਹ ਗ੍ਰਾਮ ਕਿਹਾ ਤਾਂ ਬਾਅਦ ਦੇ ਵਿੱਚ ਵੀ ਜਿਹੜਾ ਮਾਸ ਦੀ ਵੈਲਿਊ ਇਹਦੀ ਆਈ ਸੀ, that value will remain same even after the chemical reaction. Okay, so this is the law of conservation of mass. ਠੀਕ ਹੈ, ਇਹੀ ਬੇਟਾ ਆਪਾਂ ਇਹਦੇ ਵਿੱਚ ਕੀਤਾ ਸੀ. ਓਕੇ, ਇਹੀ ਆਪਾਂ ਇਹਦੇ ਵਿੱਚ ਕੀਤਾ ਸੀ ਕਿ ਜਦੋਂ ਕਾਰਬਨ ਤੇ ਆਕਸੀਜਨ ਦੇ ਆਪਾਂ ਐਟੋਮਿਕ ਮਾਸ ਦੇ ਬੇਸ ਤੇ ਵੀ ਇਹਨੂੰ ਡਿਸਕਸ ਕਰ ਲਿਆ ਕਿ 44 ਗ੍ਰਾਮ ਹੈ, ਤਾਂ ਆਫਟਰ ਦਾ ਰਿਐਕਸ਼ਨ ਦੈਟ ਵਿਲ ਰਿਮੇਨ ਐਜ਼ 44 ਗ੍ਰਾਮ. ਓਕੇ ਬੇਟਾ, ਸੋ ਨੈਕਸਟ ਆਪਾਂ ਬੇਟਾ ਲਾ ਆਫ ਇਸ ਤੋਂ ਬਾਅਦ ਲਾ ਆਫ ਕਾਂਸਟੈਂਟ ਪ੍ਰਪੋਰਸ਼ਨ ਜਿਹੜਾ ਆ ਉਹ ਆਪਾਂ ਡਿਸਕਸ ਕਰਾਂਗੇ. ਥੈਂਕ ਯੂ.